ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਆਪਾਂ ਪੜਾਂਗੇ ਪੀਲੇ ਲੱਡੂ, ਜੋ ਕਿ ਲਿਖੀ ਗਈ ਹੈ ਬਲਵੰਤ ਗਾਰਗੀ ਦੇ ਵੱਲੋਂ। ਤੇ ਚਲੋ ਸ਼ੁਰੂ ਕਰਦੇ ਹਾਂ। ਪੂਰੋ ਖੇਤ ਜਾਣ ਲੱਗੀ ਤਾਂ ਉਸਨੇ ਜਗੀਰ ਨੂੰ ਆਖਿਆ, ਮੇਰੇ ਨਾਲ ਚੱਲੇਗਾ, ਲੱਡੂ ਦਿਆਂਗੀ ਖਾਣ ਨੂੰ। ਜਗੀਰ ਗਲੀ ਵਿੱਚ ਰੀਠੇ ਖੇਡ ਰਿਹਾ ਸੀ। ਰੀਠੇ ਹੂੰਝ ਕੇ ਖੀਸੇ ਵਿੱਚ ਪਾਏ ਤੇ ਪੂਰੋ ਨਾਲ ਤੁਰ ਪਿਆ। ਪੂਰੋ ਜੱਟਾਂ ਦੀ ਜਵਾਨ ਕੁੜੀ ਸੀ, ਜੋ ਗਿੱਧਾ ਪਾਉਣ ਤੇ ਪੀਂਘ ਝੂਟਣ ਵਿੱਚ ਸਭ ਤੋਂ ਅੱਗੇ ਰਹਿੰਦੀ ਸੀ। ਪਾਣੀ ਦੇ 3-3 ਘੜੇ ਸਿਰ 'ਤੇ ਚੁੱਕ ਕੇ ਖੂਹ ਤੋਂ ਲੈ ਆਉਂਦੀ। ਲੰਮੀ ਚੰਮੀ ਪੂਰੋ ਨੂੰ ਮਜਾਲ ਹੈ ਕੋਈ ਖੰਘ ਵੀ ਜਾਂਦਾ। ਇੱਕ ਵਾਰ ਤੀਆਂ ਦੇ ਮੇਲੇ ਵਿੱਚ ਆਉਂਦੀ ਨੂੰ ਕਿਸੇ ਨੇ ਘੰਗੂਰਾ ਮਾਰਿਆ ਤਾਂ ਪੂਰੋ ਨੇ ਅੱਗੇ ਵੱਧ ਕੇ ਉਸ ਦੇ ਚੰਡ ਮਾਰੀ। ਤਦ ਉਸ ਮਸਾਂ 17 ਸਾਲ ਦੀ ਸੀ। ਜਗੀਰ ਉਸ ਦੇ ਨਾਲ ਖੇਤ ਤੁਰ ਪਿਆ। ਪੂਰੋ ਦੇ ਸਿਰ ਉੱਤੇ ਰੋਟੀਆਂ ਦੀ ਥਹੀ ਤੇ ਲੱਸੀ ਦੀ ਬਾਲਣੀ ਸੀ। ਆਪਣੇ ਬਾਪੂ ਨੂੰ ਪੱਤਾ ਦੇਣ ਜਾਂਦਿਆਂ ਉਸਨੂੰ ਕਿਸੇ ਦੇ ਸਾਥ ਦੀ ਲੋੜ ਸੀ। ਜਗੀਰ ਭਾਵੇਂ 10 ਸਾਲ ਦਾ ਸੀ, ਪਰ ਪੂਰੋ ਲਈ ਇੱਕ ਸਮਾਜਿਕ ਸਹਾਰਾ ਸੀ, ਉਸਦੀ ਰੱਖਿਆ ਲਈ ਇੱਕ ਛਾਂ। ਜਦੋਂ ਉਹ ਦੋਵੇਂ ਚਰੀਆਂ ਵਿੱਚੋਂ ਲੰਘਣ ਲੱਗੇ ਤਾਂ ਆਪਣੇ ਪਾਣੀ ਦਾ ਭਰਿਆ ਵੱਡਾ ਖਾਲ ਵਗ ਰਿਹਾ ਸੀ। ਜਗੀਰ ਖੜਾ ਹੋ ਗਿਆ ਤੇ ਆਖਿਆ, ਮੈਂ ਨਹੀਂ ਜਾਣਾ ਅੱਗੇ। ਪੂਰੋ ਨੇ ਆਪਣੀ ਸਲਵਾਰ ਉਤੰਗ ਚੜ੍ਹਾ ਕੇ ਗੋਡਿਆਂ ਉੱਪਰ ਦੀ ਚੜ੍ਹਾਈ ਤੇ ਆਖਿਆ, ਚੱਲ ਮੇਰੇ ਕੰਧਾੜੇ, ਮੈਂ ਅਜਿਹੇ ਕਈ ਖਾਲ ਟੱਪੇ ਨੇ। ਜਗੀਰ ਉਸਦੇ ਕੰਧਾੜੇ ਚੜ੍ਹ ਗਿਆ। ਪੂਰੋ ਨੇ ਖੱਬਾ ਹੱਥ ਪਿੱਠ ਪਿੱਛੇ ਕਰਕੇ ਉਸਨੂੰ ਸਹਾਰਾ ਦਿੱਤਾ। ਸੱਜੇ ਹੱਥ ਨਾਲ ਰੋਟੀਆਂ ਦੀ ਥਈ ਤੇ ਲੱਸੀ ਦੀ ਬਾਲਣੀ ਸਾਂਭੀ ਤੇ ਵਗਦੇ ਖਾਲ ਵਿੱਚ ਉਤਰ ਗਈ। ਜਦੋਂ ਜਗੀਰ ਖਿਸਕ ਕੇ ਲਮਕਣ ਲੱਗਿਆ ਤਾਂ ਪੂਰੋ ਨੇ ਹੰਬਲਾ ਮਾਰ ਕੇ ਫਿਰ ਉਸਨੂੰ ਉੱਪਰ ਕਰ ਲਿਆ ਤੇ ਉਹ ਉਸਦੇ ਮੋਢਿਆਂ ਉੱਤੋਂ ਦੀ ਉਲਰ ਗਿਆ। ਜਗੀਰੋ ਨੂੰ ਪੂਰੋ ਦੀ ਭਿੱਜੀ ਗਰਦਨ ਤੇ ਗੁੰਦਮਾ ਸਰੀਰ ਦੀ ਬਾਸ ਆਈ, ਜਿਵੇਂ ਚਰੀਆਂ ਵਿੱਚ ਆਉਂਦੀ ਹੈ। ਖਾਲ ਟੱਪ ਕੇ ਉਸਨੇ ਜਗੀਰ ਨੂੰ ਉਤਾਰਿਆ ਤਾਂ ਉਹ ਉਸਦੀ ਪਿੱਠ ਉੱਪਰੋਂ ਕਿਸਰਦਾ ਹੋਇਆ ਹੇਠਾਂ ਆ ਲੱਥਾ। ਪੂਰੋ ਦੀ ਸਲਵਾਰ ਤੇ ਪਹੁੰਚੇ ਭਿੱਜ ਗਏ ਸਨ ਤੇ ਨੰਗੀਆਂ ਲੱਤਾਂ ਉੱਪਰ ਦੀ ਪਾਣੀ ਚੋ ਰਿਹਾ ਸੀ। ਉਸਨੇ ਸਲਵਾਰ ਖਿੱਚ ਕੇ ਠੀਕ ਕੀਤੀ ਤੇ ਜਗੀਰ ਵੱਲ ਦੇਖ ਕੇ ਬੋਲੀ, ਬੜਾ ਭਾਰਾ ਏ ਤੂੰ। ਪੂਰੋ ਨੂੰ ਸਾਹ ਚੜ੍ਹਿਆ ਹੋਇਆ ਸੀ। ਇਹ ਸਾਹ ਇਸ ਤਰ੍ਹਾਂ ਨਹੀਂ ਸੀ ਜਿਵੇਂ ਉਹ ਦੌੜ ਕੇ ਆਈ ਹੋਵੇ। ਇਹ ਗਰਮ ਸ਼ਕਤੀਸ਼ਾਲੀ ਸਾਹ ਸੀ, ਜਿਉਂ ਰੇਤੇ ਦੀ ਲੂਹ ਹੁੰਦੀ ਹੋਵੇ ਜੋ ਵਾਹ ਬਰੋੜਾ ਬਣਨ ਲਈ ਕੰਬ ਰਹੀ ਹੋਵੇ। ਉਸ ਦੀਆਂ ਅੱਖਾਂ ਵਿੱਚ ਸੇਕ ਸੀ। ਉਹ ਪੱਬਾਂ ਭਾਰ ਬੈਠ ਗਈ ਤੇ ਜਗੀਰ ਨੂੰ ਫੜ ਕੇ ਬੋਲੀ, ਬੜਾ ਭਾਰਾ ਏ ਤੂੰ, ਲਿਆ ਤੇਰੀਆਂ ਗੱਲਾਂ ਪੱਟਾਂ। ਉਸਨੇ ਜਗੀਰ ਨੂੰ ਛਾਤੀ ਨਾਲ ਘੁੱਟ ਲਾਇਆ ਤੇ ਉਸ ਦੀਆਂ ਗੱਲਾਂ ਪੱਟਣ ਲੱਗੀ। ਉਹ ਰੋ ਪਿਆ। ਉਹ ਬੋਲੀ, ਤੂੰ ਇਸੇ ਲਾਇਕ ਹੈ ਤੇਰੀਆਂ ਗੱਲਾਂ ਪੱਟੀਆਂ ਜਾਣ। ਉਸ ਦੀਆਂ ਗੱਲਾਂ ਉੱਤੇ ਲਾਲ ਡੱਬ ਉਤਰ ਆਏ। ਪੂਰੋ ਫੂਕਾਂ ਮਾਰਨ ਲੱਗੀ। ਜਗੀਰ ਚੁੱਪ ਹੋ ਗਿਆ ਤੇ ਉਹ ਦੋਵੇਂ ਫਿਰ ਤੁਰਨ ਲੱਗੇ। ਇੱਕਦਮ ਚਰੀਆਂ ਵਿੱਚੋਂ ਕੋਈ ਛਾਲ ਮਾਰ ਕੇ ਨਿਕਲਿਆ ਤੇ ਉਸਨੇ ਪੂਰੋ ਨੂੰ ਬਾਹੋਂ ਫੜ ਲਿਆ। ਇਹ ਤਰਖਾਣਾ ਦਾ ਮੁੰਡਾ ਕੈਲਾ ਸੀ, ਜੋ ਸ਼ਰਾਬ ਪੀ ਕੇ ਆਪਣੇ ਪਿਓ ਨਾਲ ਲੜਦਾ ਹੁੰਦਾ ਸੀ। ਜਗੀਰ ਡਰ ਗਿਆ। ਪੂਰੋ ਬੋਲੀ, ਤੂੰ ਡਰ ਨਾ, ਮੈਂ ਇਸ ਤਰ੍ਹਾਂ ਇਸ ਨੂੰ ਸਿੱਧਾ ਕਰ ਸਕਦੀ ਹਾਂ। ਦੋਹਾਂ ਵਿੱਚ ਝੜਪ ਜਿਹੀ ਹੋਈ ਤੇ ਕੈਲਾ ਪੂਰੋ ਨੂੰ ਢੂੰਦਿਆਂ ਹੋਇਆ ਚਰੀਆਂ ਵਿੱਚ ਲੈ ਵੜਿਆ। ਜਗੀਰ ਨੇ ਛੱਡ ਦੇ ਸੁਣਿਆ ਤੇ ਫਿਰ ਪੂਰੋ ਦੀ ਆਵਾਜ਼ ਗੁਆਚ ਗਈ। ਚਰੀ ਦੇ ਟਾਂਡੇ ਟੁੱਟਣ ਦੀ ਤੇ ਪੱਤਿਆਂ ਦੇ ਮਿੱਧਣ ਦੀ ਆਵਾਜ਼ਾਂ ਆਈਆਂ। ਉਹ ਉੱਥੋਂ ਚੁੱਪਚਾਪ ਸਹਿਮਿਆ ਖੜਾ ਰਿਹਾ। ਕੁਝ ਦੇਰ ਪਿੱਛੋਂ ਪੂਰੋ ਬਾਹਰ ਆਈ ਤਾਂ ਉਸਦੀ ਚੁੰਨੀ ਰੁੜੀ ਹੋਈ ਸੀ। ਉਹ ਬੋਲੀ, ਹਰਾਮੀ ਦੌੜ ਗਿਆ। ਉਸਨੇ ਰੋਟੀਆਂ ਦੀ ਥਈ ਸਾਂਭੀ ਤੇ ਲੱਸੀ ਦੀ ਬਾਲਣੀ ਵੀ, ਜਿਸ ਵਿੱਚੋਂ ਸਾਰੀ ਲੱਸੀ ਡੁੱਲ ਗਈ ਸੀ। ਜਗੀਰ ਨੂੰ ਉਸਨੇ ਕੁੱਟ ਕੇ ਫੜ ਲਿਆ ਤੇ ਬੋਲੀ, ਦੱਸੀ ਨਾ ਕਿਸੇ ਨੂੰ ਮੇਰੇ ਵੀਰ, ਮੈਂ ਤੈਨੂੰ ਲੱਡੂ ਦੇਵਾਂਗੀ। ਚੁੰਨੀ ਦਾ ਲੜ ਨੂੰ ਖੋਲ ਕੇ ਉਸਨੇ 2 ਪੀਲੇ ਲੱਡੂ ਦਿੱਤੇ। ਜਗੀਰ ਨੇ ਲੱਡੂ ਫੜ ਲਏ ਤੇ ਹੌਲੀ ਹੌਲੀ ਖਾਣ ਲੱਗਾ। ਇਹ ਮਿੱਠੀ ਰਿਸ਼ਵਤ ਉਸਨੂੰ ਬਹੁਤ ਸਵਾਦ ਲੱਗੀ। ਉਹ ਦੋਵੇਂ ਤੁਰਦੇ ਤੁਰਦੇ ਖੇਤ ਪਹੁੰਚੇ। ਪੂਰੋ ਨੇ ਬਾਪੂ ਨੇ ਹਾਲ ਛੱਡ ਦਿੱਤਾ ਤੇ ਰੋਟੀ ਖਾਣ ਨਿੱਕੇ ਪਿੱਪਲਾਂ ਹੇਠ ਆ ਬੈਠਾ। ਪੂਰੋ ਨੇ ਕਿਹਾ, ਖਾਲ ਟੱਪਣ ਲੱਗੀ ਸੀ ਤਾਂ ਬਾਲਣੀ ਡਿੱਗ ਪਈ, ਸਾਰੀ ਲੱਸੀ ਡੁੱਲ ਗਈ, ਹੁਣ ਗੰਢੇ ਨਾਲ ਹੀ ਰੋਟੀ ਖਾ ਲੈ ਬਾਪੂ। ਰੋਟੀ ਦੇ ਕੇ ਉਹ ਮੁੜੀ ਤਾਂ ਜਗੀਰ ਉਸਦੇ ਨਾਲ ਸੀ। ਪੂਰੋ ਦੇ ਸਿਰ ਦਾ ਭਾਰ ਹਲਕਾ ਸੀ ਤੇ ਪੈਰਾਂ ਵਿੱਚ ਫੁਰਤੀ, ਜਿਵੇਂ ਉਹ ਬਹੁਤ ਵੱਡਾ ਕੰਮ ਮੁਕਾ ਕੇ ਆਈ ਹੋਵੇ। ਖਾਲ ਟੱਪਣ ਲੱਗਿਆ ਪੂਰੋ ਨੇ ਫਿਰ ਗੋਡਿਆਂ ਤੋਂ ਉੱਪਰ ਸਲਵਾਰ ਉਰੰਗੀ ਤੇ ਜਗੀਰ ਨੂੰ ਕੰਧਾੜੇ ਚੁੱਕਿਆ। 2 ਪਲਾਂਘਾਂ ਵਿੱਚ ਖਾਲ ਪਾੜ ਕਰਕੇ ਉਸਨੂੰ ਉਤਾਰ ਦਿੱਤਾ। ਜਗੀਰ ਨੂੰ ਫਿਰ ਉਸਦੀ ਗਿੱਲੀ ਗਰਦਨ ਤੇ ਖੱਦੜ ਦੀ ਕੁਰਤੀ ਦੀ ਬਾਸ ਆਈ।
ਅਜੀਬ ਖੱਟੀ ਮਿੱਠੀ ਬਾਤ ਸੀ, ਜਿਵੇਂ ਚਰੀ ਦੇ ਰਸ ਵਿੱਚ ਲੱਸੀ ਘੁਲੀ ਹੋਵੇ। ਰਸਤੇ ਵਿੱਚ ਉਸਨੇ ਜਗੀਰ ਨੂੰ ਪਿਆਰ ਨਾਲ ਕੁੱਟ ਕੇ ਆਖਿਆ, ਕਿਸੇ ਨੂੰ ਦੱਸੀ ਨਾ ਮੇਰਾ ਵੀਰ। ਜਗੀਰ ਨੇ ਇਹ ਗੱਲ ਕਿਸੇ ਨੂੰ ਨਾ ਦੱਸੀ। ਉਸਦੇ ਦਿਲ ਵਿੱਚੋਂ ਪੂਰੋ ਲਈ ਹਿੱਤ ਸੀ ਤੇ ਇਸ ਗੱਲ ਦਾ ਦਰਦ ਵੀ ਸੀ ਕਿ ਉਸਨੂੰ ਚਰੀਆਂ ਵਿੱਚ ਤਖਾਣਾ ਦੇ ਬਦਮਾਸ਼ ਕੈਲੇ ਨੇ ਘੇਰ ਕੇ ਧੋਇਆ ਸੀ। ਸਾਲਾਂ ਪਿੱਛੋਂ ਪੂਰੋ ਵਿਆਹ ਕੇ ਗਈ। ਉਸਦੇ ਵਿਹੜੇ ਵਿੱਚ ਢੋਲਕੀ ਖੜਕਦੀ ਤੇ ਗਿੱਧਾ ਮੱਚਦਾ। ਊਠਾਂ ਉੱਤੇ ਚੜ੍ਹ ਕੇ ਧਾਮ ਕੋਟ ਤੇ ਜੰਝ ਆਈ। ਸਾਰਿਆਂ ਨੇ ਸ਼ਰਾਬ ਪੀ ਕੇ ਲੁੱਚੀਆਂ ਬੋਲੀਆਂ ਪਾਈਆਂ। ਤੜਕੇ ਆਨੰਦ ਪੜੇ ਗਏ ਤੇ ਪੂਰੋ ਸਹੁਰੇ ਜਾਣ ਲਈ ਤਿਆਰ ਸੀ। ਜਗੀਰ ਵਿਹੜੇ ਵਿੱਚ ਖੜਾ ਸੀ। ਪੂਰੋ ਅੰਦਰਲੇ ਕੋਠੇ ਸਹੇਲੀਆਂ ਵਿੱਚ ਘਿਰੀ ਬੈਠੀ ਸੀ। ਜਗੀਰ ਅੰਦਰ ਗਿਆ ਤਾਂ ਪੂਰੋ ਨੇ ਸੁਰਮੇ ਵਾਲੀਆਂ ਅੱਖਾਂ ਨਾਲ ਉਸਨੂੰ ਵੇਖਿਆ। ਉਸਨੇ ਰੇਸ਼ਮੀ ਸੂਟ ਪਾਇਆ ਹੋਇਆ ਸੀ ਤੇ ਸਿਲਮੇ ਸਿਤਾਰੇ ਵਾਲੇ ਸਲੀਪਰ। ਵਿਆਹ ਤੋਂ ਪਹਿਲਾਂ ਉਸਨੇ ਠੋਡੀ ਉੱਤੇ 3 ਹਰੇ ਦਾਣੇ ਖੁਣਾ ਲਏ ਸਨ ਜੋ ਸੋਹਣੇ ਲੱਗਦੇ ਸਨ। ਉਸਦੇ ਸਿਰ ਉੱਤੇ ਭਾਰੀ ਗੋਟੇ ਵਾਲੀ ਚੁੰਨੀ ਸੀ। ਉਹ ਬੋਲੀ, ਚੰਗਾ ਹੋਇਆ ਤੂੰ ਆ ਗਿਆ, ਬਸ ਤੈਨੂੰ ਮਿਲਣਾ ਰਹਿੰਦਾ ਸੀ। ਮੇਰੇ ਵਿਆਹ ਦੀ ਮਿਠਾਈ ਖਾਧੀ? ਉਸਨੇ ਖੂੰਜੇ ਵਿੱਚ ਪਏ ਟੋਕਰੇ ਵਿੱਚੋਂ 2 ਚਾਪ ਦੇ ਲੱਡੂ ਕੱਢੇ ਤੇ ਉਸਨੂੰ ਫੜਾਏ। ਲੈ। ਉਸਦੀ ਲੈਅ ਵਿੱਚ ਅਣਕਹੇ ਇਹ ਸ਼ਬਦ ਵੀ ਗੂੰਜ ਰਹੇ ਸਨ, ਦੱਸੀ ਨਾ ਕਿਸੇ ਨੂੰ। ਪੂਰੋ ਸਹੁਰੇ ਚਲੀ ਗਈ। ਕੁਝ ਸਾਲ ਗੁਜ਼ਰ ਗਏ। ਜੰਗੀਰ 5ਵੀਂ ਪਾਸ ਕਰਕੇ ਵੱਡਾ ਸਕੂਲ ਵਿੱਚ ਦਾਖਲ ਹੋਇਆ। ਉੱਥੋਂ 10ਵੀਂ ਕੀਤੀ, ਫਿਰ ਲਾਹੌਰ ਜਾ ਕੇ ਕਾਲਜ ਪੜ੍ਹਨ ਲੱਗਾ। ਜਦੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਪਿੰਡ ਆਉਂਦਾ ਤਾਂ ਕਈ ਵਾਰ ਪੂਰੋ ਤੀਆਂ ਝੂਟਣ ਪੇਕੇ ਆਈ ਹੁੰਦੀ। ਹੁਣ ਜੰਗੀਰ ਨੂੰ ਲੱਡੂਆਂ ਵਾਲੀ ਗੱਲ ਹੋਰ ਵੀ ਅਜ਼ੀਜ਼ ਹੋ ਗਈ ਸੀ। ਉਸਨੇ ਕਦੇ ਕਿਸੇ ਕੋਲ ਇਸ ਦਾ ਜ਼ਿਕਰ ਨਹੀਂ ਸੀ ਕੀਤਾ। ਇਸ ਨੂੰ ਕਿਸੇ ਸੂਰਮੇ ਦੇ ਬਚਨ ਵਾਂਗ ਪਾਲ ਰਿਹਾ ਸੀ। BA ਪਾਸ ਕਰ ਜੰਗੀਰ ਪਿੰਡ ਆਇਆ ਤਾਂ ਪਤਾ ਲੱਗਾ ਕਿ ਪੂਰੋ ਪੇਕੇ ਆਈ ਹੋਈ ਹੈ। ਉਹ ਹੁਣ 19 ਸਾਲਾਂ ਦਾ ਸੀ ਤੇ ਪੂਰੋ 26 ਸਾਲ ਦੀ ਸੀ। ਉਸਦੇ 2 ਨਿਆਣੇ ਹੋ ਗਏ ਸਨ, 7 ਸਾਲ ਦਾ ਪੁੱਤ ਤੇ 3 ਸਾਲ ਦੀ ਧੀ। ਉਹ ਪੂਰੋ ਦੇ ਘਰ ਉਸਨੂੰ ਮਿਲਣ ਗਿਆ ਤਾਂ ਉਹ ਵਿਹੜੇ ਵਿੱਚ ਬੈਠੀ ਰੋਟੀਆਂ ਪਕਾ ਰਹੀ ਸੀ। ਉਸਦੀ ਧੀ ਸੁੱਤੀ ਪਈ ਸੀ ਤੇ ਉਸਦਾ ਪੁੱਤ ਉਸਦੇ ਸਾਹਮਣੇ ਬੈਠਾ ਮੱਖਣੀ ਨਾਲ ਟੁੱਕ ਖਾ ਰਿਹਾ ਸੀ। ਉਸਨੂੰ ਰੋਟੀ ਖਾਣ ਲਈ ਆਖਿਆ ਤੇ ਮੱਖਣੀ ਵਾਲੀ ਲੱਸੀ ਪੀਣ ਲਈ। ਜਗੀਰ ਨੇ ਆਖਿਆ ਕਿ ਉਹ ਕਾਲਜ ਜਾ ਕੇ ਚਾਹ ਪੀਣਾ ਗਿੱਝ ਗਿਆ ਸੀ, ਲੱਸੀ ਨਹੀਂ। ਪੂਰੋ ਨਾਲ 2-4 ਗੱਲਾਂ ਕੀਤੀਆਂ ਤਾਂ ਪਤਾ ਲੱਗਿਆ ਕਿ ਉਹ ਆਪਣੇ ਬਾਪੂ ਲਈ ਭੱਤਾ ਲੈ ਕੇ ਹੁਣੇ ਖੇਤ ਜਾਵੇਗੀ। ਉਸਦਾ ਪੁੱਤ ਵੀ ਉਸਦੇ ਨਾਲ ਜਾਣ ਲਈ ਤਿਆਰ ਸੀ। ਪੂਰੋ ਦਾ ਗੁੰਦਮਾ ਸਰੀਰ 9 ਸਾਲਾਂ ਵਿੱਚ ਹੋਰ ਵੀ ਭਾਰ ਗਿਆ ਸੀ। ਪੀਲੀ ਕੁੜਤੀ ਹੇਠ ਉਸਦੀਆਂ ਛਾਤੀਆਂ ਹੋਰ ਭਰ ਉੱਠੀਆਂ ਸਨ। ਛਟੀਆਂ ਦੀ ਅੱਗ ਬਾਰ-ਬਾਰ ਭੜਕਦੀ ਤੇ ਉਸਦਾ ਚਿਹਰਾ ਦਮਕ ਉੱਠਦਾ। ਉਹ ਬਾਰ-ਬਾਰ ਸਿਰ ਦੀ ਚੁੰਨੀ ਨਾਲ ਮੂੰਹ ਤੋਂ ਮੁੜਕਾ ਪੂੰਝਦੀ। ਰੋਟੀਆਂ ਪਕਾ ਕੇ ਉਹ ਵਿਹਲੀ ਹੋਈ ਤਾਂ ਉਸਨੇ ਮੂੰਹ ਹੱਥ ਧੋਤਾ। ਸਿਰ ਉੱਤੇ ਇੰਨੂ ਰੱਖ ਕੇ ਉਸਨੇ ਰੋਟੀਆਂ ਦੀ ਥਾਈ ਤੇ ਲੱਸੀ ਦੀ ਬਾਲਣੀ ਟਕਾਈ ਤੇ ਪੁੱਤ ਨੂੰ ਨਾਲ ਲੈ ਕੇ ਖੇਤ ਵੱਲ ਤੁਰ ਪਈ। ਜਗੀਰ ਨੇ ਉਸਨੂੰ ਜਾਂਦੀ ਨੂੰ ਦੇਖਿਆ ਤਾਂ ਪਿੱਛੋਂ ਉਹੀ 9 ਸਾਲ ਪਹਿਲੇ ਵਾਲੀ ਪੂਰੋ ਜਾਪੀ। ਉਹੀ ਚਾਲ, ਉਹੀ ਅੰਦਾਜ਼, ਉਹੀ ਭੱਤਾ ਤੇ ਲੱਸੀ। ਇੱਕਦਮ ਉਸਦੇ ਮਨ ਅੰਦਰ ਕੋਈ ਗੱਲ ਤਿੜਕੀ। ਉਹ ਉਹਨਾਂ ਦੇ ਘਰੋਂ ਨਿਕਲਿਆ, ਜਾ ਕੇ ਲੱਡੂ ਖਰੀਦੇ ਤੇ ਖੇਤ ਵੱਲ ਤੁਰ ਪਿਆ। ਇੱਕ ਪਾਸਿਓਂ ਟਿੱਬੇ ਲੰਘ ਕੇ ਉਹ ਕਾਲੀ ਕਾਲੀ ਖਾਲ ਟੱਪਿਆ ਤੇ ਪੂਰੋ ਤੋਂ ਪਹਿਲਾਂ ਹੀ ਪਹੁੰਚ ਕੇ ਚਰੀਆਂ ਵਿੱਚ ਲੁਕ ਗਿਆ। ਉਹ ਕੰਨ ਲਾ ਕੇ ਪੂਰੋ ਦੀ ਵਿੜਕ ਲੈਣ ਲੱਗਾ। ਥੋੜ੍ਹੇ ਚਿਰ ਪਿੱਛੋਂ ਹੀ ਉਸਦੇ ਖਾਲ ਦੇ ਪਰਲੇ ਪਾਸੇ ਪੂਰੋ ਤੇ ਉਸਦੇ ਪੁੱਤ ਦੀਆਂ ਮੱਧਮ ਆਵਾਜ਼ਾਂ ਆਈਆਂ। ਫਿਰ ਖਾਲ ਵਿੱਚ ਪਾਣੀ ਦੀ ਛਲਪ ਛਲਪ। ਉਸਦੀ ਚਰੀ ਦੇ ਟਾਂਡਿਆਂ ਵਿੱਚੋਂ ਹੀ ਦੇਖਿਆ ਕਿ ਪੂਰੋ ਪੁੱਤ ਨੂੰ ਖਾਲ ਟਪਾ ਕੇ ਉਸਨੂੰ ਕਧਾੜੇ ਦੇ ਉੱਤੇ ਉਤਾਰ ਰਹੀ ਸੀ। ਉਸਦੀ ਕਾਲੀ ਸਲਵਾਰ ਗੋਡਿਆਂ ਤੋਂ ਉੱਪਰ ਤੱਕ ਉੜੰਗੀ ਹੋਈ ਸੀ ਤੇ ਨੰਗੀਆਂ ਲੱਤਾਂ ਉੱਤੋਂ ਦੀ ਪਾਣੀ ਚੋ ਰਿਹਾ ਸੀ। ਉਹ ਸਲਵਾਰ ਦਾ ਭਿੱਜਿਆ ਪੌਂਚਾ ਪੱਟਾਂ ਉੱਤੇ ਹੇਠਾਂ ਖਿਸਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੱਟਾਂ ਤੇ ਸਲਵਾਰ ਦਾ ਸੰਗਰਾਮ ਦੇਖ ਕੇ ਜਗੀਰ ਨੂੰ ਅਜੀਬ ਝੁਣਝਣੀ ਹੋਈ। ਪੱਤਿਆਂ ਦੇ ਮਿੱਧੇ ਜਾਣ ਤੇ ਟਾਂਡਿਆਂ ਦੇ ਟੁੱਟਣ ਦੀਆਂ ਆਵਾਜ਼ਾਂ ਸੁਣੀਆਂ ਤੇ ਉਹਦਾ ਸਾਹ ਤੱਤਾ ਹੋ ਗਿਆ। ਉਹ ਚਰੀ ਨੂੰ ਲਤਾੜਦਾ ਤੇਜ਼ੀ ਨਾਲ ਬਾਹਰ ਨਿਕਲਿਆ ਤੇ ਛਾਲ ਮਾਰ ਪੂਰੋ ਅੱਗੇ ਆ ਖਲੋਤਾ। ਉਸਨੂੰ ਦੇਖ ਕੇ ਮਾਂ ਪੁੱਤ ਠਠੰਬਰ ਗਏ। ਉਸਨੇ ਪੂਰੋ ਨੂੰ ਬਾਹ ਤੋਂ ਫੜਿਆ। ਉਹ ਸ਼ੇਰਨੀ ਵਾਂਗ ਝਪਟੀ। ਤੈਨੂੰ ਸ਼ਰਮ ਨਹੀਂ ਆਉਂਦੀ? ਲੁੱਚਾ ਕਿਸੇ ਥਾਂ ਦਾ। ਲੁੱਚਾ ਸ਼ਬਦ ਜਗੀਰ ਨੂੰ ਸ਼ਕਤੀ ਦਿੱਤੀ। ਇਹ ਅੱਬੜਵਾਹਾ ਹੌਸਲਾ। ਉਸਨੇ ਆਪਣੀ ਪਕੜ ਮਜ਼ਬੂਤ ਕਰਕੇ ਪੂਰੋ ਨੂੰ ਖਿੱਚਿਆ ਤੇ ਧੂੰਦਾ ਹੋਇਆ ਚਰੀ ਵੱਲ ਲੈ ਵੜਿਆ।
ਭੂਰੋ ਦਾ ਪੁੱਤ ਉਸੇ ਥਾਂ ਸਹਿਮਿਆ ਖੜਾ ਸੀ। ਉਸਨੂੰ ਆਪਣੀ ਮਾਂ ਦੇ ਸ਼ਬਦ ਛੱਡ ਦੇ, ਸ਼ਰਮ ਨਹੀਂ ਆਉਂਦੀ, ਪੱਤਿਆਂ ਦੀ ਅੰਨੀ ਸਰਸਰੀ ਵਿੱਚੋਂ ਸੁਣਿਆ। ਇੱਕ ਦੱਬੀ ਚੀਖ ਚਰੀਆਂ ਵਿੱਚੋਂ ਉੱਠੀ ਜੋ ਸਾਵੇ ਕੂਲੇ ਪੱਤਿਆਂ ਵਿੱਚ ਗਵਾਚ ਗਈ। ਫਿਰ ਟਾਂਡੇ ਟੁੱਟਣ ਤੇ ਪੱਤਿਆਂ ਦੇ ਮਧੋਲਣ ਦਾ ਸ਼ੋਰ ਨਿੱਕੇ ਮੁੰਡੇ ਦਾ ਦਿਲ ਧੱਕ ਧੱਕ ਕਰਨ ਲੱਗਾ। ਕੁਝ ਚਿਰ ਪਿੱਛੋਂ ਭੂਰੋ ਬਾਹਰ ਨਿਕਲੀ ਤੇ ਉਸਦੇ ਮਗਰੇ ਮਗਰ ਸਾਫਾ ਬੰਨ੍ਹਦਾ ਜਗੀਰ। ਭੂਰੋ ਨੇ ਉਸਨੂੰ ਆਖਿਆ, ਚਲਾ ਜਾ ਹੁਣ ਇੱਥੋਂ। ਜਗੀਰ ਅੱਗੇ ਵਧਿਆ ਤੇ ਉਸਨੇ ਸਾਫੇ ਦਾ ਲੜ ਖੋਲ੍ਹ ਕੇ 2 ਲੱਡੂ ਕੱਢੇ ਤੇ ਭੂਰੋ ਦੇ ਪੁੱਤ ਨੂੰ ਦੇ ਦਿੱਤੇ। ਮੁੰਡੇ ਨੇ ਲੱਡੂ ਫੜ ਲਏ ਤੇ ਮਾਂ ਵੱਲ ਦੇਖਿਆ। ਭੂਰੋ ਨੇ ਪੁੱਤ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ ਸੀ ਤੇ ਆਖਿਆ, ਲੱਡੂ ਖਾ ਲੈ, ਦੱਸੀ ਨਾ ਕਿਸੇ ਨੂੰ ਮੇਰਾ ਪੁੱਤ। ਜਗੀਰ ਖਾਲ ਟੱਪ ਪਿੰਡ ਨੂੰ ਤੁਰ ਪਿਆ। ਉਸਨੇ ਪੱਤਾ ਤੇ ਲੱਸੀ ਦੀ ਬਾਲਣੀ ਸਿਰ 'ਤੇ ਚੁੱਕੀ ਹੋਈ ਸੀ। ਉਸਦਾ ਪੁੱਤ ਲੱਡੂ ਖਾਂਦਾ ਉਸਦੇ ਨਾਲ ਤੁਰਿਆ ਜਾ ਰਿਹਾ ਸੀ।